ਬਾਬਾ ਜੀ, ਮੇਰੇ ਜਿਗਿਆਸੂ ਮਨ ਵਿੱਚ ਕਈ ਸਵਾਲ ਆਉਂਦੇ ਹਨ। ਸਿਮਰਨ ਦੇ ਦੌਰਾਨ ਵੀ ਇਹ ਸਵਾਲ ਮੈਨੂੰ ਤੰਗ ਕਰਦੇ ਹਨ। 84 ਲੱਖ ਜੂਨਾਂ ਦੇ ਬਾਅਦ ਪ੍ਰਾਪਤ ਹੁੰਦਾ ਇਹ ਮਨੁੱਖੀ ਸਰੀਰ ਕਿਉਂ ਮੰਨਿਆ ਜਾਂਦਾ ਹੈ ਇਸ ਨੂੰ ਖਾਸ? ਸੁਪਨੇ ਯਾਦ ਕਿਉਂ ਨਹੀਂ ਰਹਿੰਦੇ? ਅਨਹਦ ਨਾਦ ਕਿੱਥੇ ਸੁਣਾਈ ਦਿੰਦੇ ਹਨ? ਧਿਆਨ ਵਿੱਚ ਡਰ ਕਿਉਂ ਲੱਗਦਾ ਹੈ? ਕੋਈ ਵਿਅਕਤੀ ਇੰਨਾ ਗਿਆਨਵਾਨ ਅਤੇ ਕੋਈ ਮੂਰਖ ਕਿਉਂ ਹੁੰਦਾ? ਸ਼ਰਾਪ ਅਤੇ ਵਰਦਾਨ ਦੀ ਸਿੱਧੀ ਕਿੱਥੇ ਹੈ? ਅਜਿਹੇ ਹੋਰ ਵੀ ਕਈ ਪ੍ਰਸ਼ਨਾਂ ਦੇ ਉੱਤਰ ਕਿਰਪਾ ਕਰਕੇ ਦੇਵੋ। ਵਾਹਿਗੁਰੂ ਜੀ, ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਦੇਣ ਤੋਂ ਪਹਿਲਾਂ ਇੱਕ ਬੇਨਤੀ ਹੈ। ਕਿਰਪਾ ਕਰਕੇ ਕੋਈ ਵੀ ਧਾਰਨਾ ਬਣਾਉਣ ਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਸੁਣਨਾ ਤੇ ਸਮਝਣਾ। ਵਾਹਿਗੁਰੂ ਤੱਕ ਪਹੁੰਚਣ ਦੇ ਰਾਸਤੇ ਕਈ ਹਨ। ਕਿਸੇ ਮਨੁੱਖ ਲਈ ਕੋਈ ਰਸਤਾ ਵਧੀਆ ਹੁੰਦਾ ਅਤੇ ਕਿਸੇ ਲਈ ਕੋਈ। ਇਹ ਨਿਰਭਰ ਕਰਦਾ ਉਸ ਦੇ ਪਿਛਲੇ ਜਨਮਾਂ ਦੇ ਕਰਮਾਂ ਤੇ। ਕੋਈ ਰਸਤਾ ਤੇਜ਼ ਜਾਂਦਾ, ਕੋਈ ਰਸਤਾ ਹੌਲੀ। ਇਹਨਾਂ ਵਿੱਚੋਂ ਇੱਕ ਹੈ ਕੁੰਡਲਨੀ ਜਾਗਰਣ। ਅਧਿਆਤਮ ਦੇ ਮਾਰਗ ਉੱਤੇ ਸਾਨੂੰ ਸਾਡਾ ਦਿਮਾਗ ਖੋਲ ਕੇ ਰੱਖਣਾ ਚਾਹੀਦਾ। ਸਾਡਾ ਮੁੱਖ ਮਕਸਦ ਵਾਹਿਗੁਰੂ ਤੱਕ ਪਹੁੰਚਣਾ ਹੈ, ਉਸ ਨਾਲ ਇੱਕ ਹੋਣਾ ਹੈ। ਇਹ ਕਿਸੇ ਇੱਕ ਧਰਮ ਦੀ ਸੱਤਾ ਨਹੀਂ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਸਭ ਤਰੀਕਿਆਂ ਨੂੰ ਛੋਇਆ ਹੈ। ਉਹਨਾਂ ਨੇ ਇਸ ਬਾਰੇ ਕੋਈ ਗੱਲ ਇਸ ਕਰਕੇ ਨਹੀਂ ਕੀਤੀ ਕਿਉਂਕਿ ਕਬੀਲਦਾਰ ਵਿਅਕਤੀ ਕੋਲ ਇੰਨਾ ਸਮਾਂ ਨਹੀਂ ਹੁੰਦਾ। ਉਹਨਾਂ ਨੇ ਜੇ ਕੋਈ ਗੱਲ ਕੀਤੀ ਵੀ ਹੋਵੇਗੀ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਦਾ ਸੰਕਲਨ ਕਰਨ ਵੇਲੇ ਉਹਨਾਂ ਤੱਥਾਂ ਨੂੰ ਸ਼ਾਮਿਲ ਨਹੀਂ ਕੀਤਾ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਕਬੀਲਦਾਰ ਮਨੁੱਖ ਕਿਸੇ ਤਰ੍ਹਾਂ ਦੀ ਉਲਝਣ ਵਿੱਚ ਪਵੇ। ਪਰਮਾਤਮਾ ਨੇ ਮਨੁੱਖੀ ਸਰੀਰ ਵਿੱਚ ਖਜ਼ਾਨਾ ਛੁਪਾਇਆ ਹੈ। 72,000 ਨਾੜੀਆਂ, 12 ਚੱਕਰ। ਹਰ ਇੱਕ ਚੱਕਰ ਵਿੱਚ ਬੰਦ ਹੈ ਅਨੰਤ ਸ਼ਕਤੀ। ਰਿੱਧੀਆਂ ਸਿੱਧੀਆਂ। ਇਹਨਾਂ ਵਿੱਚੋਂ 7 ਚੱਕਰ ਤੇ 3 ਨਾੜੀਆਂ ਖਾਸ ਸਨ। ਇਹ 7 ਚੱਕਰ ਮੂਲਾਧਾਰ, ਸਵਾਦਿਸ਼ਟਾਨ, ਮਣੀਪੁਰ, ਅਨਾਹਤ, ਵਿਸ਼ੁੱਧੀ, ਆਗਿਆ, ਸਹਤਰਾਰ। ਇਹਨਾਂ ਵਿੱਚੋਂ ਇੱਕ ਚੱਕਰ 8ਵਾਂ ਸਾਡੇ ਸਰੀਰ ਤੋਂ ਬਾਹਰ ਹੈ। ਉਸ ਤੱਕ ਸਾਰੇ ਸੰਸਾਰ ਵਿੱਚੋਂ ਕੋਈ ਵਿਰਲਾ ਹੀ ਪਹੁੰਚ ਸਕਦਾ ਹੈ, ਇਸ ਕਰਕੇ ਉਸ ਦੀ ਹੋਈ। ਹਰ ਇੱਕ ਚੱਕਰ ਦੀ ਆਪਣੀ ਵਿਸ਼ੇਸ਼ਤਾ ਹੈ। 3 ਨਾੜੀਆਂ ਈੜਾ, ਪਿੰਗਲਾ ਤੇ ਸੁਸ਼ਮਨਾ ਖਾਸ ਹਨ। ਨੱਕ ਦੇ ਖੱਬੇ ਪਾਸੇ ਜਿਸ ਨਾੜੀ ਵਿੱਚੋਂ ਪੌਣ ਚਲਦੀ ਹੈ ਉਸ ਨੂੰ ਈੜਾ ਕਹਿੰਦੇ ਹਨ। ਇਸ ਵਿੱਚੋਂ ਠੰਡੀ ਪੌਣ ਜਾਂਦੀ ਹੈ, ਇਸ ਲਈ ਇਸ ਨੂੰ ਚੰਦਰ ਨਾੜੀ ਕਿਹਾ ਜਾਂਦਾ ਹੈ। ਜਦੋਂ ਅਸੀਂ ਖੱਬੇ ਪਾਸੇ ਤੋਂ ਸਾਹ ਲੈਂਦੇ ਹਾਂ ਉਹ ਸਮਾਂ ਧਿਆਨ ਕਰਨ ਲਈ ਵਿਸ਼ੇਸ਼ ਮੰਨਿਆ ਜਾਂਦਾ ਹੈ। ਸੱਜੇ ਪਾਸੇ ਤੋਂ ਚੱਲਣ ਵਾਲੀ ਪੌਣ ਗਰਮ ਹੁੰਦੀ ਹੈ, ਇਸ ਨੂੰ ਸੂਰਜ ਨਾੜੀ ਕਿਹਾ ਜਾਂਦਾ ਹੈ। ਜਦੋਂ ਇਹ ਨਾੜੀ ਖੁੱਲੀ ਹੁੰਦੀ ਹੈ ਉਸ ਸਮੇਂ ਊਰਜਾ ਵਾਲੇ ਕੰਮ ਕਰਨਾ ਵਧੀਆ ਹੁੰਦਾ। ਜਦੋਂ ਪੌਣ ਦੋਵਾਂ ਵਿੱਚ ਚੱਲਦੀ ਹੈ ਤਾਂ ਕਿਹਾ ਜਾਂਦਾ ਹੈ ਸੁਸ਼ਮਨਾ ਐਕਟੀਵੇਟ ਹੋ ਗਈ। ਇਸ ਵਿੱਚ ਹੀ ਧਿਆਨ ਲਗਾਉਣ ਉੱਤੇ ਸਮਾਧੀ ਦੀ ਅਵਸਥਾ ਪ੍ਰਾਪਤ ਹੁੰਦੀ ਹੈ। ਲਗਭਗ 1 ਘੰਟੇ ਤੱਕ ਈੜਾ ਕਿਰਿਆਸ਼ੀਲ ਹੁੰਦੀ ਹੈ ਤੇ ਫਿਰ 1 ਘੰਟੇ ਤੱਕ ਪਿੰਗਲਾ, ਅਤੇ ਇਸ ਦੇ ਵਿਚਕਾਰ ਇੱਕ ਅਜਿਹਾ ਟਾਈਮ ਆਉਂਦਾ ਹੈ ਜਦੋਂ ਸੁਸ਼ਮਨਾ ਚੱਲਦੀ ਹੈ। ਇਹ ਸਮਾਂ 1 ਤੋਂ 4 ਮਿੰਟ ਹੁੰਦਾ ਹੈ। ਇਹੋ ਤਿੰਨੇ ਨਾੜੀਆਂ ਸ਼ੁਰੂ ਤਾਂ ਰੀੜ੍ਹ ਦੀ ਹੱਡੀ ਦੇ ਮੂਲ ਅਤੇ ਦੋਹਾਂ ਪੌਹਾਂ ਦੇ ਵਿਚਕਾਰ ਖਤਮ ਹੁੰਦੀ ਹੈ। ਜਿੱਥੇ ਜਿੱਥੇ ਇਹ ਤਿੰਨੋਂ ਮਿਲਦੀਆਂ ਹਨ ਉੱਥੇ ਉੱਥੇ ਚੱਕਰ ਮੰਨੇ ਗਏ ਹਨ। ਮੰਨੇ ਗਏ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਜੇ ਸਰੀਰ ਨੂੰ ਕੱਟਿਆ ਜਾਵੇ ਤਾਂ ਉਹਨਾਂ ਦੇ ਵਿੱਚ ਇਹ ਨਹੀਂ ਪ੍ਰਾਪਤ ਹੁੰਦੇ। ਹੇਠਾਂ ਜਿੱਥੇ ਰੀੜ੍ਹ ਦੀ ਹੱਡੀ ਖਤਮ ਹੁੰਦੀ ਹੈ ਉੱਥੇ ਮੂਲਾਧਾਰ ਚੱਕਰ ਹੈ। ਇਸ ਵਿੱਚ ਸਰੀਰ ਦੇ ਨਾਲ ਮੋਹ ਹੁੰਦਾ ਹੈ। ਕਾਮ, ਕ੍ਰੋਧ, ਲਾਲਚ, ਡਰ, ਨਾਭੀ ਅਤੇ ਗੁਪਤ ਅੰਗ ਦੇ ਵਿਚਕਾਰ ਸਵਾਦਿਸ਼ਟ ਚੱਕਰ ਹੈ। ਇਸ ਵਿੱਚ ਕਲਪਨਾ, ਭਾਵਨਾਵਾਂ ਹਨ। ਜਿਸ ਕਿਸੇ ਦਾ ਇਹ ਚੱਕਰ ਵਿਕਸਿਤ ਹੁੰਦਾ ਹੈ ਉਹ ਉੱਚ ਕੋਟੀ ਦਾ ਕਵੀ ਹੁੰਦਾ ਹੈ। ਜਿੰਨੇ ਵੀ ਸੰਤ ਮਹਾਪੁਰਖ ਹੋਏ ਉਹਨਾਂ ਦੇ ਸਾਰੇ ਚੱਕਰ ਖੁੱਲੇ ਸਨ। ਇਸੇ ਕਰਕੇ ਇਹ ਦੇਖਣ ਵਿੱਚ ਆਉਂਦਾ ਹੈ ਕਿ ਜਿੰਨੇ ਵੀ ਸੰਤ ਮਹਾਪੁਰਖ ਹੋਏ ਉਹ ਸਾਰੇ ਕਵੀ ਸਨ। ਨਾਭੀ ਦੇ ਪਿੱਛੇ ਰੀੜ੍ਹ ਦੀ ਹੱਡੀ ਉੱਤੇ ਮਣੀਪੁਰ ਹੈ।
ਜਦੋਂ ਅਸੀਂ ਸੌਂਦੇ ਹਾਂ ਸਾਨੂੰ ਸੁਪਨੇ ਆਉਂਦੇ ਹਨ। ਜਦੋਂ ਸਾਨੂੰ ਕੁਝ ਸੁਪਨੇ ਯਾਦ ਰਹਿੰਦੇ ਹਨ ਪਰ ਕੁਝ ਨਹੀਂ, ਤਾਂ ਇਸ ਦਾ ਅਰਥ ਹੈ ਇਹ ਚੱਕਰ ਵਿਕਸਿਤ ਹੈ। ਜਦੋਂ ਸਾਰਾ ਸੁਪਨਾ ਯਾਦ ਰਹੇ, ਅਸੀਂ ਹਾਲੇ ਤੱਕ ਇਸ ਤੋਂ ਹੇਠਾਂ ਹਾਂ। ਅਸਲ ਵਿੱਚ ਸਾਡੇ 7 ਸਰੀਰ ਹਨ: ਸਥੂਲ, ਸੂਖਮ, ਕਾਰਨ, ਮਹਾਕਾਰਨ, ਹੰਸ, ਪਰਮਹੰਸ ਅਤੇ ਪਰਬ੍ਰਹਮ। ਸਥੂਲ ਜਿਹੜਾ ਸਰੀਰ ਲੋਕਾਂ ਦੇ ਸਾਹਮਣੇ ਹੈ। ਜਦੋਂ ਅਸੀਂ ਨੀਂਦ ਵਿੱਚ ਹੁੰਦੇ ਹਾਂ, ਸਾਡੀ ਨੀਂਦ ਵੱਖੋ-ਵੱਖ ਸਰੀਰਾਂ ਵਿੱਚੋਂ ਹੋ ਕੇ ਜਾਂਦੀ ਹੈ। ਇਸ ਕਰਕੇ ਕੁਝ ਸੁਪਨੇ ਸਾਨੂੰ ਯਾਦ ਰਹਿੰਦੇ ਹਨ, ਕੁਝ ਨਹੀਂ। ਇਹ 7 ਸਰੀਰ 7 ਚੱਕਰਾਂ ਵਿੱਚ ਬੰਦ ਕੀਤੇ ਹੋਏ ਹਨ। ਪੁਰਾਣੇ ਜ਼ਮਾਨੇ ਵਿੱਚ ਸਾਧੂ ਸੰਤ ਕਿਸੇ ਮਨੁੱਖ ਨੂੰ ਕੋਈ ਵਰਦਾਨ ਦੇ ਦਿੰਦੇ ਸਨ ਜਾਂ ਕੋਈ ਸ਼ਰਾਪ ਦੇ ਦਿੰਦੇ ਸਨ। ਇਹ ਸਿੱਧੀ ਮਨੀਪੁਰ ਚੱਕਰ ਵਿੱਚ ਆਉਂਦੀ ਹੈ। ਵਿਚਕਾਰ ਵਿੱਚ ਜਿੱਥੇ ਸਾਡਾ ਦਿਲ ਹੈ, ਉਸ ਦੇ ਬਰਾਬਰ ਛਾਤੀ ਵਿਚਾਲੇ ਰੀੜ੍ਹ ਦੀ ਹੱਡੀ ਉੱਤੇ ਅਨਾਹਤ ਚੱਕਰ ਹੈ। ਇਹ ਅਥਾਹ ਅਨੰਤ ਹੈ। ਇੱਥੇ ਗਿਆਨ ਦਾ ਭੰਡਾਰ ਹੈ। ਜਦੋਂ ਇਹ ਚੱਕਰ ਖੁੱਲ੍ਹ ਜਾਂਦਾ ਹੈ ਤਾਂ ਮਨੁੱਖ ਨੂੰ ਹਰ ਇੱਕ ਵਿਸ਼ੇ ਦਾ ਗਿਆਨ ਹੋ ਜਾਂਦਾ ਹੈ, ਜਿਹੜਾ ਵਿਸ਼ਾ ਉਸਨੇ ਕਦੇ ਪੜ੍ਹਿਆ ਵੀ ਨਹੀਂ। ਧਿਆਨ ਵਿੱਚ ਸਾਨੂੰ ਦੁਨੀਆ ਸੁਣਾਈ ਦਿੰਦੀਆਂ ਹਨ। ਅਨਹਦ ਇੱਥੇ ਹੀ ਚੱਲਦੇ ਹਨ। ਭੰਵਰ ਗੁਫਾ ਇੱਥੋਂ ਹੀ ਜਾਂਦੀ ਹੈ। ਜਿੱਥੇ ਸਾਡਾ ਗਲਾ ਹੈ, ਉੱਥੇ ਵਿਸ਼ੁੱਧੀ ਚੱਕਰ ਹੈ। ਕੋਈ ਕਿੰਨਾ ਧਿਆਨ ਨਾਲ ਕੰਮ ਕਰਦਾ ਹੈ, ਉਸ ਵਿੱਚ ਕੰਮ ਕਰਨ ਦੀ ਯੋਗਤਾ ਹੁੰਦੀ ਹੈ। ਉਹ ਆਪਣੇ ਕੰਮ ਵਿੱਚ ਸਫਲ ਹੋ ਜਾਂਦਾ ਹੈ। ਜਿਸ ਮਨੁੱਖ ਦਾ ਇਹ ਚੱਕਰ ਵਿਕਸਿਤ ਹੁੰਦਾ ਹੈ, ਉਸ ਦਾ ਅੰਦਾਜ਼ਾ ਵੀ ਸੱਚ ਹੁੰਦਾ ਹੈ, ਉਸ ਦਾ ਕਿਹਾ ਵੀ ਸੱਚ। ਭੌਹਾਂ ਦੇ ਵਿਚਕਾਰ ਹੈ ਆਗਿਆ ਚੱਕਰ। ਇਸ ਵਿੱਚ ਪ੍ਰਕਾਸ਼ ਨਜ਼ਰ ਆਉਣਾ ਸ਼ੁਰੂ ਹੁੰਦਾ ਹੈ। ਇਸੇ ਪ੍ਰਕਾਸ਼ ਦੀ ਮਦਦ ਨਾਲ ਅਸੀਂ ਬਾਕੀ ਚੱਕਰ ਖੋਲ੍ਹਦੇ ਹਾਂ। ਇਸੇ ਪ੍ਰਕਾਸ਼ ਵਿੱਚ ਸਾਨੂੰ ਸਰੀਰ ਦੇ ਅੰਦਰ ਚੱਕਰ ਅਤੇ ਅਨੇਕ ਖੰਡ ਵਿਹੰਡਮ ਵਿਖਾਈ ਦਿੰਦੇ ਹਨ, ਜਿਨ੍ਹਾਂ ਦੇ ਬਾਰੇ ਵਿੱਚ ਅਸੀਂ ਗੁਰਬਾਣੀ ਵਿੱਚ ਪੜ੍ਹਦੇ ਹਾਂ। ਇਸ ਵਿੱਚ ਸਾਡੇ ਪੁਰਾਣੇ ਜਨਮ ਦਿਖਾਈ ਦਿੰਦੇ ਹਨ। ਕਈ ਵਾਰ ਅਜਿਹੇ ਦ੍ਰਿਸ਼ ਨਜ਼ਰ ਆਉਂਦੇ ਹਨ, ਮਨੁੱਖ ਡਰ ਜਾਂਦਾ ਹੈ। ਉਹ ਧਿਆਨ ਕਰਨਾ ਬੰਦ ਕਰ ਦਿੰਦਾ। ਪਰ ਆਪਣੇ ਆਪ ਨੂੰ ਸਮਝਾਉਣਾ ਚਾਹੀਦਾ ਹੈ ਕਿ ਇਹ ਸਿਰਫ ਸੁਖਮ ਹੈ। ਇਸ ਵਿੱਚ ਕੋਈ ਹਕੀਕਤ ਨਹੀਂ। ਇਸ ਤੋਂ ਉੱਪਰ ਹੈ ਗਗਨ ਮੰਡਲ। ਕਬੀਰ ਜੀ ਦੇ ਕਈ ਸ਼ਬਦਾਂ ਵਿੱਚ ਇਸ ਦਾ ਜ਼ਿਕਰ ਆਉਂਦਾ ਹੈ। ਕੋਈ ਵੀ ਅਜਿਹਾ ਕੰਮ ਨਹੀਂ ਜਿਸ ਨੂੰ ਇਸ ਚੱਕਰ ਦੇ ਖੁੱਲਣ ਤੇ ਨਾ ਕੀਤਾ ਜਾ ਸਕੇ, ਕਿਉਂਕਿ ਮਨੁੱਖ ਪਰਮਾਤਮਾ ਨਾਲ ਇੱਕ ਹੋ ਜਾਂਦਾ ਹੈ। ਪਰਮਾਤਮਾ ਇੱਛਾ ਰਹਿਤ ਹੈ। ਜਦੋਂ ਮਨੁੱਖ ਉਸ ਨਾਲ ਇੱਕ ਹੋ ਗਿਆ, ਫਿਰ ਉਸ ਵਿੱਚ ਇੱਛਾ ਕਿਵੇਂ ਰਹਿ ਸਕਦੀ ਹੈ? ਬਾਕੀ ਸਾਡੇ ਅਗਲੇ ਵੀਡੀਓ ਵਿੱਚ। ਧੰਨਵਾਦ।